इस करके आओ जो सतगुरु की किरपा दे नाल अपनी सिद्ध गोष्ठ बाणी चल रही है विचार अगे आरंभ करिए। जदों महाराज दे नाल विचार हो रही सी, ज्यों-ज्यों हुण विचार चलती जा रही है सिद्धां दे नाल, सिद्ध भी बड़े गहरे गहरे डूंघे डूंघे जिहड़े प्रश्न ने ਉਹ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਅੱਗੇ ਕਰ ਰਹੇ ਹੈ। ਹੁਣ ਇੱਕ ਸਿੱਧ ਨੇ 8 ਪ੍ਰਸ਼ਨ ਇਕੱਠੇ ਕੀਤੇ ਜਿਨ੍ਹਾਂ ਦੇ ਅੰਦਰ ਬਹੁਤ ਜ਼ਿਆਦਾ ਗਹਿਰਾਈ ਵਾਲੇ ਸਵਾਲ ਹੋਣਗੇ, ਜਿਨ੍ਹਾਂ ਨੂੰ ਆਪਾਂ ਬੜੇ ਪਿਆਰ ਦੇ ਨਾਲ ਸਮਝਣ ਦਾ ਯਤਨ ਕਰਨਾ। ਉਹਨੇ ਪ੍ਰਸ਼ਨ ਕੀਤਾ, ਕਹਿੰਦਾ ਆਦਿ ਕੋ ਕਵਨ ਵਿਚਾਰ ਕਥੀਲੇ। ਇਹ ਨਾਨਕ ਜਦੋਂ ਇੱਥੇ ਕੁਝ ਵੀ ਨਹੀਂ ਸੀ, ਇਹ ਸ੍ਰਿਸ਼ਟੀ ਨਹੀਂ ਸੀ, ਆਦ ਉਦੋਂ ਇੱਥੇ ਕਿਹਦਾ ਵਿਚਾਰ ਕਥਨ ਕੀਤਾ ਜਾਂਦਾ ਸੀ? ਪਹਿਲਾ ਪ੍ਰਸ਼ਨ। ਦੂਸਰਾ, ਸੁਨ ਕਹਾਂ ਘਰ ਵਾਸੋ। ਉਹ ਜਿਹੜਾ ਪ੍ਰਮਾਤਮਾ ਹੈ ਉਹ ਫੁਰ ਹੈ। ਸੁਨ ਕਹਿੰਦੇ ਨੇ ਅਫੁਰ ਵਸਤਾ ਨੂੰ, ਜਿੱਥੇ ਕੋਈ ਵਿਚਾਰ ਨਹੀਂ। ਉਹ ਕਿਹੜੇ ਘਰ ਦੇ ਅੰਦਰ ਵਸ ਰਿਹਾ ਸੀ? तीसरा प्रश्न, ज्ञान की मुंदरा कवन कसीले। कि ज्ञान की जिहड़ी है धन वो केड़ा अच्छा है, केड़ा कथन किया जावे, ते धन ज्ञान का धन किहनूं मन्निया जावे? सच्चे ज्ञान का। चौथा प्रश्न उन्हें किया कि घट घट कवन निवासो। ये सारे शरीरां दे अंदर किहदा निवास हो रहा? ते पंजवां प्रश्न किया, काल का ठींगा क्यों जलाई ले। ए नानक सानू समझाओ, ठींगा कहंदे ने सोटे नूं, कि ये जिहड़ा काल दा डंडा है, काल दा सोटा है, जिहदे अंदर सारा संसार दुखी हो रहा, इहनूं किवें साड़िया जा सकदा? काल का ठींगा क्यों जलाई ले। ते इहनूं जला के अगला प्रश्न है, क्यों निरभौ कर जाइए। कि ये इंसान किवें भय तो रहत हो के निरभौ कर है, जिथे कोई डर ना होवे, उस घर दी किवें प्राप्ति करे। ते सतवां प्रश्न कीता, सहज संतोख का आसन जाने। ये इंसान की करे? ਇਹਦਾ ਮਨ ਹਮੇਸ਼ਾ ਸਹਿਜ ਦੇ ਅੰਦਰ, ਸੰਤੋਖ ਦੇ ਅੰਦਰ, ਇਹ ਜਿਹੜਾ ਆਸਣ ਹੈ ਉੱਥੇ ਵਿਰਾਜਮਾਨ ਰਵੇ, ਉੱਥੇ ਟਿਕਿਆ ਰਵੇ। ਤੇ 8ਵਾਂ ਪ੍ਰਸ਼ਨ ਕੀਤਾ, ਕਹਿੰਦੇ ਕਿਉਂ ਛੇਦੈ ਵੈਰਾਈਆਂ। ਇਹ ਜਿਹੜੀਆਂ ਇਨਸਾਨ ਦੇ ਅੰਦਰ ਬੁਰਾਈਆਂ ਨੇ, ਖੋਟੇ ਕਰਮ ਨੇ, ਪਾਪ ਕਰਮ ਨੇ, ਮਾੜੇ ਕਰਮ ਨੇ, ਜਿਨ੍ਹਾਂ ਦਾ ਕਰਕੇ ਇਨਸਾਨ ਲੋਕ ਦੇ ਅੰਦਰ ਵੀ ਤੇ ਪਰਲੋਕ ਮਾਲਕ ਦੇ ਦਰਬਾਰ ਦੇ ਅੰਦਰ ਵੀ ਸ਼ਰਮਿੰਦਗੀ ਦਾ ਮੂੰਹ ਦੇਖਦਾ। ਇਹ ਬੁਰਾਈਆਂ ਨੂੰ ਕਿਵੇਂ ਦੂਰ ਕੀਤਾ ਜਾਵੇ? ਇਹ 8 ਪ੍ਰਸ਼ਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਅੱਗੇ ਇੱਕ ਸਿੱਧ ਨੇ ਬੇਨਤੀ ਰੂਪ 'ਚ ਕੀਤੇ। ਹੁਣ ਸਤਿਗੁਰੂ ਪਾਤਸ਼ਾਹ ਸਮਝਾ ਰਹੇ ਆ, ਕਹਿੰਦੇ ਗੁਰ ਕੈ ਸ਼ਬਦ ਹਉਮੈ ਬਿਖ ਮਾਰੈ, ਤਾਂ ਨਿਜ ਘਰ ਹੋਵੈ ਵਾਸੋ। ਜਿਨ ਰਚ ਰਚਿਆ ਤੇ ਸ਼ਬਦ ਪਛਾਣੈ, ਨਾਨਕ ਤਾਕਾ ਦੱਸੋ। ਇਹ 2 ਪੰਕਤੀਆਂ ਦੇ ਅੰਦਰ ਸਤਿਗੁਰੂ ਪਾਤਸ਼ਾਹ ਨੇ ਸਿਧਾਂਤ ਦਾ ਉੱਤਰ ਉਹਨਾਂ ਨੂੰ ਦਿੱਤਾ ਕਿ ਜਿਹੜੇ ਇਨਸਾਨ ਨੇ ਗੁਰੂ ਦੇ ਸ਼ਬਦ ਅਨੁਸਾਰ, ਗੁਰੂ ਦੇ ਉਪਦੇਸ਼ ਅਨੁਸਾਰ, ਗੁਰੂ ਦੇ ਮੰਤਰ ਨੂੰ ਜਪ ਜਪ ਕੇ ਜਿਹੜੀ ਆ ਹਉਮੈ ਦੀ ਜ਼ਹਿਰ ਚੜੀ ਹੋਈ ਆ, ਇਸ ਨੂੰ ਖਤਮ ਕਰ ਲਿਆ। ਕਿਉਂਕਿ ਇਹੀ ਇੱਕ ਵੱਡਾ ਰੋਗ ਆ ਜਿਹਨੂੰ ਗੁਰਬਾਣੀ ਦੇ ਅੰਦਰ ਦੀਰਘ ਰੋਗ ਦਾ ਨਾਮ ਦਿੱਤਾ ਗਿਆ। ਹਉਮੈ ਦੀਰਘ ਰੋਗ ਹੈ। ਇਹੀ ਸਾਡੇ ਤੇ ਪ੍ਰਮਾਤਮਾ ਦੇ ਅੰਦਰ ਇੱਕ ਕੂੜ ਦੀ ਪਾਲ ਹੈ, ਹਉਮੈ ਦੀ ਕੰਧ। ਨਹੀਂ ਤਾਂ ਜੀਵ ਰੂਪੀ ਇਸਤਰੀ ਤੇ ਪਤੀ ਪ੍ਰਮਾਤਮਾ ਬਿਲਕੁਲ ਨੇੜੇ ਨੇ।
ਇਹੀ ਚੀਜ਼ ਆ ਜਿਹੜੀ ਇੱਕ ਦੂਜੇ ਨਾਲ ਮਿਲਾਪ ਨਹੀਂ ਹੋਣ ਦਿੰਦੀ। ਧਨ ਪਿਰਕਾ ਇੱਕ ਹੀ ਸੰਗ ਵਾਸਾ, ਵਿੱਚ ਹਉਮੈ ਭੀਤ ਕਰਾਰੀ। ਪਾਤਸ਼ਾਹ ਕਹਿੰਦੇ ਜੀਵ ਰੂਪੀ ਧਨ ਤੇ ਪਤੀ ਪ੍ਰਮਾਤਮਾ ਦਾ ਇੱਕ ਜਗ੍ਹਾ ਇੱਕੋ ਛੇਜ ਦੇ ਉੱਪਰ ਵਾਸਾ ਹੈ, ਪਰ ਇੱਕ ਦੂਜੇ ਨਾਲ ਮਿਲਾਪ ਨਾ ਹੋਣ ਦਾ ਕਾਰਨ ਵਿੱਚ ਹਉਮੈ ਭੀਤ ਕਰਾਰੀ। ਹਉਮੈ ਦੀ ਕੰਧ ਆ ਬਹੁਤ ਤਕੜੀ, ਜਿਹੜੀ ਸਾਨੂੰ ਆਪਦੇ ਵਾਹਿਗੁਰੂ ਨਾਲ ਮਿਲਣ ਨਹੀਂ ਦਿੰਦੀ। ਜਪਜੀ ਸਾਹਿਬ ਦੀ ਬਾਣੀ 'ਚ ਵੀ ਆਪਾਂ ਪੜ੍ਹਦੇ ਹਾਂ ਕਿ ਕਿਵ ਸਤਿਆਰਾ ਹੋਈ ਹੈ, ਕਿਵ ਕੂੜੈ ਟੁੱਟੈ ਪਾਲ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਹੁਣ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਇੱਥੇ ਸਮਝਾ ਰਹੇ ਆ, ਕਹਿੰਦੇ ਗੁਰ ਕੈ ਸ਼ਬਦ ਹਉਮੈ ਬਿਖ ਮਾਰੈ, ਤਾਂ ਨਿਜ ਘਰ ਹੋਵੇ ਵਾਸੋ। ਜਿਹੜੇ ਇਨਸਾਨ ਨੇ ਗੁਰੂ ਦੇ ਸ਼ਬਦ ਦੁਆਰਾ, ਗੁਰੂ ਦੇ ਮੰਤਰ ਦੁਆਰਾ, ਜਿਵੇਂ ਆਪਾਂ ਨੂੰ ਭਾਈ ਗੁਰਦਾਸ ਜੀ ਦੇ ਵਚਨ ਆਪਾਂ ਪੜ੍ਹਦੇ ਹਾਂ ਕਿ ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਠੋਈ। ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੁਆਰਾ ਇਹ ਹਉਮੈ ਦਾ ਜਿਹੜਾ ਜ਼ਹਿਰ ਹੈ ਇਹਨੂੰ ਖਤਮ ਕਰਤਾ, ਉਹਨਾਂ ਦਾ ਆਪਣੇ ਨਿੱਜ ਘਰ ਦੇ ਅੰਦਰ ਵਾਸਾ ਹੋ ਜਾਂਦਾ। ਜਿਹਦਾ ਇੱਕ ਵਾਰ ਨਿੱਜ ਘਰ ਦੇ ਅੰਦਰ ਵਾਸਾ ਹੋ ਗਿਆ, ਰੋਜ਼ ਆਪਾਂ ਸੋਹਿਲਾ ਸਾਹਿਬ ਦੀ ਬਾਣੀ ਰਾਤ ਨੂੰ ਸੌਣ ਲੱਗੇ ਪਾਠ ਕਰਦੇ ਹਾਂ ਕਿ ਨਿੱਜ ਘਰ ਮਹਿਲ ਪਾਵੋ ਸੁਖ ਸਹਿਜੇ, ਬੋਹਰ ਨਾ ਹੋਏਗੋ ਫੇਰਾ। ਕਿ ਦੁਆਰੇ ਤੁਹਾਡਾ ਇਹ ਸੰਸਾਰ ਦੇ ਅੰਦਰ ਫੇਰਾ ਨਹੀਂ ਹੋਵੇਗਾ, ਤੁਸੀਂ ਸਦਾ ਵਾਸਤੇ ਉਸ ਪ੍ਰਭੂ ਪਰਮਾਤਮਾ ਦੇ ਚਰਨਾਂ 'ਚ ਨਿਵਾਸ ਕਰ ਜਾਓਗੇ। ਗੁਰ ਕੇ ਸ਼ਬਦ ਹਉਮੈ ਬਿਖ ਮਾਰੈ, ਤਾਂ ਨਿਜ ਘਰ ਹੋਵੇ ਵਾਸੋ। ਜਿਨ ਰਚ ਰਚਿਆ ਤਿਸ ਸ਼ਬਦ ਪਛਾਣੈ, ਨਾਨਕ ਤਾਕਾ ਦੱਸੋ। ਜਿਹੜੇ ਸ਼ਬਦ ਦੁਆਰਾ ਉਸ ਪ੍ਰਮਾਤਮਾ ਨੇ ਇਹ ਸਾਰੀ ਰਚਨਾ ਰਚੀ ਹੈ, ਉਤਪਤ ਪਰਲੋਂ ਸ਼ਬਦੇ ਹੋਵੇ, ਸ਼ਬਦੇ ਹੀ ਫਿਰ ਉਪਤ ਹੋਵੇ। ਜੇ ਉਸ ਸ਼ਬਦ ਦਾ ਪਛਾਣ ਹੋ ਗਈ ਤਾਂ ਮਹਾਰਾਜ ਕਹਿੰਦੇ ਨਾਨਕ ਤਾਕਾ ਦੱਸੋ। ਉਸ ਜੀਵ ਦਾ ਦਾਸ ਬਣ ਕੇ ਜੀਵ ਜਿਨ੍ਹਾਂ ਨੇ ਇਸ ਗੱਲ ਨੂੰ ਪਛਾਣ ਲਿਆ ਤੇ ਉਹਨਾਂ ਦੀ ਸੰਗਤ ਕਰਕੇ ਜਿਹੜਾ ਜੀਵ ਇਸ ਰਸਤੇ ਚੱਲਦਾ ਉਹਦੇ ਦਾਸ ਬਣ ਜਾਣਾ ਚਾਹੀਦਾ। ਅਜੇ ਇਹ ਸਿਧਾਂਤ ਦੀਆਂ 2 ਪੰਕਤੀਆਂ ਹੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਿੱਧਾਂ ਨੂੰ ਸਮਝਾਈਆਂ ਸੀ, ਕਿਉਂਕਿ ਫਿਰ ਇੱਕ ਦੂਸਰੇ ਤੋਂ ਕਾਹਲੇ ਹੋਣੇ ਸ਼ੁਰੂ ਹੋ ਗਏ। ਅਜੇ ਮਹਾਰਾਜ ਨੇ ਵਿਸਥਾਰ ਪਹਿਲੇ 8 ਜਿਹੜੇ ਪ੍ਰਸ਼ਨ ਨੇ ਉਹਨਾਂ ਦਾ ਜਵਾਬ ਨਹੀਂ ਦਿੱਤਾ। ਇੱਕ ਸਿੱਧ ਹੋਰ ਆ ਗਿਆ, ਕਿਉਂਕਿ ਆਪਾਂ ਦੁਨੀਆਦਾਰੀ 'ਚ ਵੀ ਵੇਖਿਆ, ਜਦੋਂ ਆਪਾਂ ਕੋਈ ਵਿਚਾਰ ਕਰਦੇ ਹੁੰਦੇ ਹਾਂ ਕਈ ਵਾਰ ਬਹੁਤ ਕਾਹਲਾਪਣ ਹੋ ਜਾਂਦਾ। ਇੱਕ ਗੱਲ ਹਲੇ ਪੂਰੀ ਹੋਈ ਨਹੀਂ ਹੁੰਦੀ, ਕੋਈ ਹੋਰ ਬੋਲ ਉੱਠਦਾ, ਉਹਦੀ ਹਲੇ ਪੂਰੀ ਨਹੀਂ ਹੋਈ ਹੁੰਦੀ, ਫਿਰ ਹੋਰ ਬੋਲ ਉੱਠਦਾ। ਇਸੇ ਤਰ੍ਹਾਂ ਇੱਕ ਸਿੱਧ ਹੋਰ ਆਇਆ, ਕਹਿੰਦਾ ਜੀ ਇਹਦਾ ਜਵਾਬ ਬਾਅਦ 'ਚ ਦਿਓ, ਪਹਿਲਾਂ ਮੇਰੀਆਂ ਗੱਲਾਂ ਦਾ ਜਵਾਬ ਦਿਓ। ਉਹਨੇ 3 ਪ੍ਰਸ਼ਨ ਕੀਤੇ। ਪਹਿਲਾ ਪ੍ਰਸ਼ਨ ਕੀਤਾ, ਕਹਿੰਦਾ ਕਹਾਂ ਤੇ ਆਵੇ, ਇਹ ਜੀਵ ਕਿਸ ਤਰ੍ਹਾਂ ਕਿੱਥੋਂ ਸੰਸਾਰ ਦੇ ਅੰਦਰ ਆਉਂਦਾ, ਕਹਾਂ ਇਹ ਜਾਵੇ, ਜਦੋਂ ਮੌਤ ਹੋ ਜਾਂਦੀ ਆ ਤਾਂ ਕਿਵੇਂ ਸੰਸਾਰ 'ਚੋਂ ਜਾਂਦਾ, ਕਹਾਂ ਇਹ ਰਿਹਾ ਸਮਾਈ, ਤੇ ਜਦੋਂ ਇਹ ਮੱਧ ਕਾਲ ਦੇ ਅੰਦਰ ਹੁੰਦਾ, ਜੀਵਨ ਦਾ ਸਫ਼ਰ ਚੱਲ ਰਿਹਾ ਹੁੰਦਾ, ਤਾਂ ਇਹ ਕਿੱਥੇ ਕਿਵੇਂ ਇਹ ਚੱਲ ਰਿਹਾ ਹੁੰਦਾ। ਮਹਾਰਾਜ ਅਜੇ ਸਵਾਲ ਸੁਣਦੇ ਹੀ ਸੀ, ਸਿੱਧ ਇੰਨਾ ਕਾਹਲਾ ਹੋ ਗਿਆ। ਮਹਾਰਾਜ ਕਹਿੰਦੇ ਜੀ ਪਹਿਲਾਂ ਉਹਦਾ ਜਵਾਬ ਦੇ ਦਈਏ। ਕਹਿੰਦੇ ਜੀ ਉਹਦਾ ਬਾਅਦ 'ਚ ਦਿਓ। ਜੇ ਤੁਸੀਂ ਮੇਰੀਆਂ ਗੱਲਾਂ ਦਾ ਜਵਾਬ ਦੇ ਦਿਓ ਤਾਂ ਮੈਂ ਤੁਹਾਨੂੰ ਆਪਣਾ ਗੁਰੂ ਮੰਨਣ ਨੂੰ ਤਿਆਰ ਹਾਂ। ਸਤਿਗੁਰੂ ਨੂੰ ਬੋਲਿਆ, ਕਹਿੰਦੇ ਇਸ ਸ਼ਬਦ ਕੋ ਜੋ ਅਰਥਾਵੈ ਤਿਸ ਗੁਰ ਤਿਲ ਨਾ ਕਮਾਈ। ਜਿਹੜਾ ਇਹ ਮੇਰੇ ਪ੍ਰਸ਼ਨਾਂ ਦਾ ਜਵਾਬ ਦੇ ਦੇ ਉਹਨੂੰ ਮੈਂ ਆਪਣਾ ਗੁਰੂ ਮੰਨੂਗਾ, ਤੇ ਉਹਨੂੰ ਤਿਲ ਜਿੰਨਾ ਵੀ ਆ ਤਮੋ ਗੁਣੀ ਜਿਹੜਾ ਹੈ ਅਸਰ ਉਹਦੇ ਤੇ ਨਹੀਂ ਹੋਵੇਗਾ। ਅਜੇ ਪਾਤਸ਼ਾਹ ਸੁਣ ਹੀ ਰਹੇ ਸੀ
ਇੱਕ ਹੋਰ ਸਿੱਧ ਭੱਜ ਕੇ ਆਇਆ। ਉਹ ਕਹਿੰਦਾ ਜੀ ਇਹਦੀਆਂ ਗੱਲਾਂ ਦਾ ਜਵਾਬ ਵੀ ਬਾਅਦ 'ਚ ਦਿਓ, ਪਹਿਲਾਂ ਮੇਰੀ ਗੱਲ ਦਾ ਜਵਾਬ ਦਿਓ। ਉਹ ਬੋਲਿਆ, ਕਹਿੰਦਾ ਕਿਉਂ ਤੱਤੈ ਅਵਗਤੈ ਪਾਵੈ। ਇਹ ਜਿਹੜਾ ਵੇਦਾਂ ਸ਼ਾਸਤਰਾਂ ਦੇ ਅੰਦਰ ਤੱਤ ਪਰਮਾਤਮਾ ਦੱਸਿਆ ਗਿਆ, ਉਹਦੀ ਕਿਵੇਂ ਪ੍ਰਾਪਤੀ ਹੋਵੇਗੀ। ਸਤਿਗੁਰੂ ਪਾਤਸ਼ਾਹ ਨੇ ਪਹਿਲਾਂ ਇਹਨਾਂ ਤਿੰਨਾਂ ਦੇ ਤੇ ਉਹਦੇ ਸਵਾਲ ਦਾ ਜਵਾਬ ਦੇਣਾ। ਆਪਾਂ ਉਹਦੀ ਬਾਅਦ 'ਚ ਕਰ ਲਾਂਗੇ ਵਿਚਾਰ, ਕਿਉਂਕਿ ਕਈ ਵਾਰੀ ਫਿਰ ਦਿਮਾਗ ਤੋਂ ਨਿਕਲ ਜਾਂਦੀ ਹੈ ਗੱਲ। ਪਹਿਲਾਂ ਜਿਹੜੇ ਅਗਲੀ ਪੌੜੀ ਦੇ ਅੰਦਰ ਉਹ ਸਿੱਧਾਂ ਨੇ ਪ੍ਰਸ਼ਨ ਕੀਤੇ 8, ਉਹਦਾ ਸਤਿਗੁਰੂ ਪਾਤਸ਼ਾਹ ਹੁਣ ਇੱਕ ਪੌੜੀ ਛੱਡ ਕੇ ਅੱਗੇ ਜਵਾਬ ਦੇ ਰਹੇ ਆ। ਉਹਦੀ ਆਪਾਂ ਵਿਚਾਰ ਦੇ ਨਾਲ ਜੁੜੀਏ। ਹੁਣ ਸਤਿਗੁਰੂ ਪਾਤਸ਼ਾਹ ਸਮਝਾ ਰਹੇ ਆ, ਕਹਿੰਦੇ ਆਦ ਕੋ ਬਸਮਾਦ ਵਿਚਾਰ ਕਥੀਲੇ, ਕਿ ਇਹ ਸਿੱਧੋ ਜਦੋਂ ਇੱਥੇ ਕੁਝ ਵੀ ਨਹੀਂ ਸੀ, ਨਾ ਧਰਤੀ ਸੀ, ਨਾ ਕੋਈ ਆਕਾਰ ਸੀ, ਨਾ ਪੌਣ ਸੀ, ਨਾ ਪਾਣੀ ਸੀ, ਇੱਥੇ ਸਿਰਫ ਆ ਖਾਲੀ ਖਲਾ ਸੀ, ਜਿਹਨੂੰ ਵਿਗਿਆਨ ਨੇ 10 ਸਾਲ ਹੋਏ ਨੇ ਉਦੋਂ ਆ ਕੇ ਖੋਜ ਕੀਤੀ। ਇੱਕ ਵਾਰ ਅਜੀਤ ਅਖਬਾਰ 'ਚ ਖਬਰ ਵੀ ਲੱਗੀ ਸੀ, ਜਦੋਂ ਇਹਨਾਂ ਨੇ ਖੋਜ ਕਰੀ, ਕਹਿੰਦੇ ਜੀ ਵਿਗਿਆਨੀਆਂ ਨੇ ਰੱਬ ਲੱਭ ਲਿਆ। ਤੇ ਉਹ ਬੜਾ ਰੌਲਾ ਪਿਆ। ਜਿਹੜੇ ਬਾਹਲਾ ਵਿਗਿਆਨ ਤੇ ਭਰੋਸਾ ਰੱਖਦੇ ਆ, ਗੁਰਬਾਣੀ ਤੋਂ ਦੂਰ ਆ, ਉਹ ਕੁਝ ਕੁ ਲੋਕਾਂ ਦੇ ਸਾਨੂੰ ਵੀ ਫੋਨ ਆਉਣੇ ਸ਼ੁਰੂ ਹੋਏ। ਕਹਿੰਦੇ ਜੀ ਆ ਵਿਗਿਆਨੀਆਂ ਨੇ ਰੱਬ ਲੱਭ ਲਿਆ। ਅਸੀਂ ਬੇਨਤੀ ਕੀਤੀ, ਰੱਬ ਨਹੀਂ ਲੱਭਿਆ, ਭੁਲੇਖਾ ਖਾ ਗਏ ਥੋੜਾ ਜਿਹਾ। ਗੱਲ ਕਿੱਥੇ ਕੁ ਪਹੁੰਚੀ ਸੀ, ਵਿਗਿਆਨ ਨੇ ਅਰਬਾਂ ਖਰਬਾਂ ਡਾਲਰ ਖਰਚ ਕੀਤੇ। ਬਹੁਤ ਲੰਬਾ ਸਮਾਂ ਰਿਸਰਚ ਖੋਜ ਕਰਨ ਤੋਂ ਬਾਅਦ ਇਹ ਇੱਕ ਪੁਆਇੰਟ ਦੇ ਉੱਪਰ ਪਹੁੰਚੇ ਕਿ ਕੋਈ ਸਮਾਂ ਸੀ ਇੱਥੇ ਕੁਝ ਵੀ ਨਹੀਂ ਸੀ। ਆ ਜਿਹੜਾ ਆਪਾਂ ਖਾਲੀ ਖਲਾ ਵੇਖਦੇ ਆ, ਬਸ ਇਕੱਲਾ ਇਹੀ ਸੀ। ਉਹਨਾਂ ਨੇ ਖੋਜ ਕੀਤੀ, ਕਹਿੰਦੇ ਇੱਕ ਵਾਰ ਇੱਥੇ ਧਮਾਕਾ ਹੋਇਆ, ਜਿਹਨੂੰ ਬਿਗ ਬੈਂਗ ਦਾ ਨਾਂ ਦਿੱਤਾ ਵਿਗਿਆਨ ਨੇ। ਵੀ ਧਮਾਕਾ ਹੋਣ ਤੋਂ ਬਾਅਦ ਇੱਥੇ ਆਕਾਰ ਬਣਨੇ ਸ਼ੁਰੂ ਹੋਏ। ਉਹ ਸਵਿਟਜ਼ਰਲੈਂਡ ਦੀ ਧਰਤੀ ਤੇ ਬਹੁਤ ਵੱਡੀ ਮਸ਼ੀਨ ਤਿਆਰ ਕੀਤੀ। ਉਹ ਦੁਬਾਰੇ ਧਮਾਕਾ ਕਰਕੇ ਵੇਖਣਾ ਚਾਹੁੰਦੇ ਸੀ, ਪਤਾ ਨਹੀਂ ਪਾਸ ਹੋਏ ਜਾਂ ਨਹੀਂ, ਵਾਹਿਗੁਰੂ ਜਾਣੇ। ਪਰ ਜਦੋਂ ਇਹਨਾਂ ਗੱਲਾਂ ਨੂੰ ਅਸੀਂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਘਰ ਦਾ ਗਿਆਨ ਪੜ੍ਹਨੇ ਆ, ਤਾਂ 500 ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ। ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਨਾ ਕੋਈ ਵਿਗਿਆਨ ਪੜ੍ਹਿਆ, ਨਾ ਕੋਈ ਸਾਇੰਸ ਕਾਲਜ ਸੀ ਉਦੋਂ, ਨਾ ਰੌਕ ਛੱਡੇ ਗਏ, ਨਾ ਇੰਨੇ ਖਰਚ ਕੀਤੇ ਗਏ। ਉਹਨਾਂ ਨੇ ਸਾਨੂੰ ਇਹ ਗਿਆਨ ਦਿੱਤਾ ਕਿ ਇੱਥੇ ਜਦੋਂ ਕੁਝ ਵੀ ਨਹੀਂ ਸੀ, ਆਦ ਕੋ ਬਸਮਾਦ ਵਿਚਾਰ ਕਥੀਲੇ, ਕਿ ਜਦੋਂ ਇੱਥੇ ਕੁਝ ਵੀ ਨਹੀਂ ਸੀ ਉਦੋਂ ਉਹ ਜਿਹੜਾ ਅਚਰਜ ਪ੍ਰਮਾਤਮਾ ਹੈ, ਬਸਮਾਦ ਹੈ, ਉਹ ਇਕੱਲਾ ਹੀ ਇੱਥੇ ਸੀ, ਜਿਹਨੂੰ ਆਪਾਂ ਗੁਰਬਾਣੀ 'ਚ ਪੜ੍ਹਦੇ ਹਾਂ ਆਦ ਸੱਚ। ਉਹ ਸੱਚ ਦਾ ਜਦੋਂ ਵਿਚਾਰ ਬਣਿਆ ਕਿ ਦੁਨੀਆ ਦਾ ਖੇਲ ਖੇਲਿਆ ਜਾਵੇ, ਇਹ ਖੇਡ ਸ਼ੁਰੂ ਕਰਨ ਦੇ ਲਈ ਉਹ ਮਾਲਿਕ ਨੇ ਫੁਰਨਾ ਬਣਾ ਕੇ ਬੋਲਣਾ ਸ਼ੁਰੂ ਕੀਤਾ, ਜਿੱਥੇ ਬੋਲਣ ਦੇ ਨਾਲ ਹੀ ਆ ਸਾਰੀ ਸ੍ਰਿਸ਼ਟੀ ਪੈਦਾ ਹੋਣੀ ਸ਼ੁਰੂ ਹੋ ਗਈ, ਜਿਹਨੂੰ ਜਪਜੀ ਸਾਹਿਬ ਦੀ ਬਾਣੀ 'ਚ ਆਪਾਂ ਪੜ੍ਹਦੇ ਹਾਂ, ਕੀਤਾ ਪਸਾਓ ਏਕੋ ਕਵਾਓ ਤੈਸੇ ਹੋਏ ਲੱਖ ਦਰਿਆਓ, ਕਿ ਇਹ ਸ੍ਰਿਸ਼ਟੀ ਦਾ ਜਿਹੜਾ ਆਰੰਭ ਹੈ, ਸ਼ੁਰੂਆਤ ਹੈ, ਉਸ ਪਰਮਾਤਮਾ ਦੇ ਮੁਖ ਤੋਂ ਬੋਲਣ ਦੇ ਨਾਲ ਹੋਇਆ। ਕਿਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਇਹ ਗਿਆਨ ਦਿੱਤਾ ਗਿਆ ਕਿ ਬਾਜੀਗਰ ਡੰਕ ਵਜਾਈ ਸਭ ਖਲਕ ਤਮਾਸ਼ੇ ਆਈ। ਜਿਵੇਂ ਬਾਜੀਗਰ ਪਹਿਲਾਂ ਪਿੰਡਾਂ 'ਚ ਆਉਂਦੇ ਬਾਜੀ ਪਾਉਣ, ਜਾਂ ਹੁਣ ਵੀ ਆਉਂਦੇ ਆ, ਉਹ ਢੋਲ ਤੇ ਡੱਗਾ ਲਾਉਂਦੇ ਆ, ਡੰਕਾ ਮਾਰਦੇ ਆ, ਤੇ ਲੋਕ ਉੱਥੇ ਵੇਖਣ ਵਾਸਤੇ ਇਕੱਠੇ ਹੋ ਜਾਂਦੇ ਆ ਵੀ ਖੇਡ ਸ਼ੁਰੂ ਹੋ ਗਿਆ। ਪਾਤਸ਼ਾਹ ਕਹਿੰਦੇ ਬਾਜੀਗਰ ਡੰਕ ਵਜਾਈ, ਇੱਥੇ ਪ੍ਰਮਾਤਮਾ ਨੂੰ ਬਾਜੀਗਰ ਦਾ ਨਾਮ ਦਿੱਤਾ ਗਿਆ। ਸਭ ਖਲਕ ਤਮਾਸ਼ੇ ਆਈ। ਤੇ ਕਿਤੇ ਕਲਗੀਧਰ ਪਾਤਸ਼ਾਹ ਇਹ ਸਮਝਾ ਰਹੇ ਆ, ਪ੍ਰਥਮੇ ਓੰਕਾਰ ਧੁਨ ਕਹਾ ਸੋ ਧੁਨ ਪੂਰ ਜਗਤ ਮੈਂ ਰਹਾ, ਕਿ ਉਸ ਮਾਲਿਕ ਨੇ ਇੱਕ ਵਾਰ ਬੋਲਣ ਦੇ ਨਾਲ
ਇਹ ਸਾਰੀ ਸ੍ਰਿਸ਼ਟੀ ਦਾ ਆਰੰਭ ਕੀਤਾ। ਪਾਤਸ਼ਾਹ ਇੱਥੇ ਸਮਝਾ ਰਹੇ ਆ, ਕਹਿੰਦੇ ਸ਼ੁਰੂਆਤ ਤੋਂ ਪਹਿਲਾਂ ਇੱਥੇ ਸੱਚ ਸੀ, ਆਦ ਸੱਚ। ਆਦ ਕੋ ਵਿਸਮਾਦ ਵਿਚਾਰ ਕਥੀਅਲੇ। ਕਹਿੰਦੇ ਇਹ ਮੰਨਣਾ ਕਰੋ ਕਿ ਜਦੋਂ ਇੱਥੇ ਕੁਝ ਵੀ ਨਹੀਂ ਸੀ, ਆ ਸੱਚ ਹੀ ਸੱਚ ਪ੍ਰਮਾਤਮਾ ਸੀ ਤੇ ਉਹ ਅਫੁਰ-ਅਵਸਥਾ ਦੇ ਅੰਦਰ ਬੈਠਾ ਸੀ। ਦੂਸਰੇ ਪ੍ਰਸ਼ਨ ਦਾ ਉੱਤਰ ਹੈ ਸੁਨਨ ਨਿਰੰਤਰ ਵਾਸ ਲਿਆ। ਉਦੋਂ ਕੋਈ ਫੁਰਨਾ ਹੀ ਨਹੀਂ ਸੀ। ਜਦੋਂ ਫਿਰ ਉਹਨੇ ਇਹ ਫੁਰਨਾ ਬਣਾਇਆ ਸੰਸਾਰ ਦਾ ਖੇਡ ਖੇਡਣ ਦਾ, ਤੇ ਇੱਕ ਵਾਰ ਬੋਲਣ ਦੇ ਨਾਲ, ਜਿਵੇਂ ਹੁਣ ਆਪਾਂ ਬੋਲਦੇ ਆ, ਆਪਣੇ ਅੰਦਰੋਂ ਦੋ ਚੀਜ਼ਾਂ ਬਾਹਰ ਆ ਰਹੀਆਂ, ਇੱਕ ਆਵਾਜ਼ ਤੇ ਇੱਕ ਪੌਣ, ਹਵਾ ਥੋੜੀ ਥੋੜੀ। ਇਸੇ ਤਰ੍ਹਾਂ ਸੱਚ ਪਰਮਾਤਮਾ ਦੇ ਬੋਲਣ ਦੇ ਨਾਲ ਵੀ ਦੋ ਚੀਜ਼ਾਂ ਪੈਦਾ ਹੋਈਆਂ, ਇੱਕ ਆਵਾਜ਼ ਤੇ ਦੂਸਰੀ ਪੌਣ। ਉਹ ਜਿਹੜੀ ਆਵਾਜ਼ ਹੈ ਉਹਨੂੰ ਗੁਰਬਾਣੀ ਦੇ ਅੰਦਰ ਸਤਿਨਾਮ ਦਾ ਨਾਮ ਦਿੱਤਾ, ਹਰੀ ਨਾਮ ਦਾ ਨਾਮ ਦਿੱਤਾ, ਵੱਖ-ਵੱਖ ਗੋਬਿੰਦ ਨਾਮ ਦਾ ਨਾਮ ਦਿੱਤਾ, ਅਨਹਦ ਬਾਣੀ ਦਾ ਨਾਮ ਦਿੱਤਾ, ਅਨਹਦ ਨਾਦ ਦਾ ਨਾਮ ਦਿੱਤਾ, ਅਨਹਦ ਤੂਰ ਦਾ ਨਾਮ ਦਿੱਤਾ। ਜਿਉਂ-ਜਿਉਂ ਆਪਾਂ ਬਾਣੀ ਪੜ੍ਹਦੇ ਸਾਨੂੰ ਸੋਝੀ ਆਉਂਦੀ। ਦੂਸਰੀ ਪੈਦਾ ਹੋਈ ਪੌਣ, ਤੇ ਪੌਣ ਦੇ ਵਿੱਚੋਂ ਫਿਰ ਪਾਣੀ ਪੈਦਾ ਕੀਤਾ ਗਿਆ ਤੇ ਅਗਨ ਪੈਦਾ ਕੀਤੀ ਗਈ। ਸਾਚੇ ਤੇ ਪਵਨਾ ਭਿਆ, ਪਵਣੇ ਤੇ ਜਲ ਹੋਏ, ਜਲ ਤੇ ਤਰਭਵਨ ਸਾਜਿਆ, ਘਟ ਘਟ ਜੋਤ ਸਮੋਏ। ਇਹ ਤਿੰਨੇ ਚੀਜ਼ਾਂ ਜਦੋਂ ਇਕੱਠੀਆਂ ਹੋਈਆਂ, ਪੌਣ, ਪਾਣੀ ਤੇ ਅਗਨ, ਇੱਥੇ ਬਹੁਤ ਵੱਡਾ ਧੰਦੂਕਾਰਾ ਬਣਿਆ, ਜਿਹਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਬਾਣੀ 'ਚ ਸਮਝਾਉਂਦੇ ਨੇ, ਅਰਬਦ ਨਰਬਦ ਧੁੰਦੂਕਾਰਾ, ਧਰਨ ਨਾ ਗਗਨਾ ਹੁਕਮ ਅਪਾਰਾ, ਨਾ ਦਿਨ ਰਹਿਣ ਨਾ ਚੰਦ ਨਾ ਸੂਰਜ, ਸੁਨ ਸਮਾਧ ਲਗਾਏਂਦਾ। ਇੱਥੇ ਧੰਦੂਕਾਰੇ ਦੇ ਅੰਦਰ ਮਾਲਕ ਫੇਰ ਗੁਪਤ ਰੂਪ ਦੇ ਵਿੱਚ ਹੋ ਗਿਆ। ਪਤਾ ਨਹੀਂ ਕਿੰਨੇ ਕੁ ਯੁੱਗ ਵਾਪਰੇ, ਕੇਤੜਿਆਂ ਯੁੱਗ ਧੰਦੂਕਾਰੈ, ਤਾੜੀ ਲਾਈ ਅਪਰ ਅਪਾਰੈ। ਇਹ ਧੰਦੂਕਾਰਾ ਪਤਾ ਨਹੀਂ ਕਿੰਨਾ ਕੁ ਚਿਰ ਰਿਹਾ, ਤੇ ਫੇਰ ਪ੍ਰਮਾਤਮਾ ਨੇ ਇਸੇ ਧੰਦੂਕਾਰੇ ਦੇ ਅੰਦਰ ਥੋੜੀ ਜਿਹੀ ਜਗ੍ਹਾ ਤੇ ਨਿਸ਼ਾਨੀ ਲਾ ਕੇ ਗਰਾਊਂਡ ਤਿਆਰ ਕੀਤਾ ਗਿਆ। ਆ ਜਿਹੜੀ ਧਰਤੀ ਬਣਾਈ, ਜਿਹਨੂੰ ਜਪਜੀ ਸਾਹਿਬ ਦੀ ਬਾਣੀ 'ਚ ਆਪਾਂ ਪੜ੍ਹਦੇ ਹਾਂ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨ ਕੇ ਨਾਮ ਅਨੇਕ ਅਨੰਤ। ਇਹ ਧੰਦੂਕਾਰੇ ਦੇ ਅੰਦਰ ਥੋੜੀ ਜਿਹੀ ਜਗ੍ਹਾ 'ਚ ਧਰਤੀ ਬਣਾ ਦਿੱਤੀ ਗਈ। ਧਰਤੀ ਬਣਨ ਦੇ ਨਾਲ ਹੀ ਆਕਾਸ਼ ਬਣ ਗਿਆ। ਪਹਿਲਾਂ ਇੱਕੋ ਹੀ ਸੀ ਸਾਰਾ ਕੁਝ, ਫਿਰ ਇਹ ਪੰਜ ਤੱਤ ਤਿਆਰ ਹੋਏ, ਪੌਣ, ਪਾਣੀ, ਅਗਨ, ਧਰਤੀ, ਆਕਾਸ਼। ਇਹ ਪੰਜਾਂ ਤੱਤਾਂ ਦੇ ਨਾਲ ਫਿਰ ਸਾਰੀ ਸ੍ਰਿਸ਼ਟੀ ਦੀ ਸਾਜਨਾ ਹੋਈ। ਪਾਤਸ਼ਾਹ ਨੇ ਗੁਰਬਾਣੀ ਦੇ ਅੰਦਰ ਇਹ ਵੀ ਸੋਝੀ ਦਿੱਤੀ ਆ ਕਿ ਉਸ ਮਾਲਕ ਨੇ ਤਾਂ ਪੰਜ ਤੱਤ ਤਿਆਰ ਕੀਤੇ। ਅੱਜ ਦੇ ਜਿਹੜੇ ਗਿਆਨਵਾਨ ਲੋਕ ਨੇ, ਪਰਮਾਤਮਾ ਨੂੰ ਨਾ ਮੰਨਣ ਵਾਲੇ ਲੋਕ ਨੇ, ਵਿਗਿਆਨ ਨੂੰ ਮੰਨਣ ਵਾਲੇ ਲੋਕ ਨੇ, ਉਹਨਾਂ ਨੂੰ ਇੱਕ ਚੈਲੰਜ ਵੀ ਕੀਤਾ ਹੋਇਆ ਗੁਰਬਾਣੀ 'ਚ ਕਿ ਤੁਸੀਂ ਕੋਈ ਛੇਵਾਂ ਤੱਤ ਹੀ ਤਿਆਰ ਕਰਕੇ ਦਿਖਾ ਦਿਓ। ਪੰਜ ਤੱਤ ਕਰ ਸ੍ਰਿਸ਼ਟ ਸਭ ਸਾਜੀ, ਕੋਈ ਸੇਵਾ ਕਰਿਓ ਜੇ ਕੁਛ ਕੀਤਾ ਹੋਵੇ। ਕਹਿੰਦੇ ਤੁਸੀਂ ਕੋਈ ਛੇਵਾਂ ਤੱਤ ਹੀ ਤਿਆਰ ਕਰਕੇ ਦਿਖਾ ਦਿਓ। ਇਸ ਤਰ੍ਹਾਂ ਪਾਤਸ਼ਾਹ ਦੂਸਰੇ ਪ੍ਰਸ਼ਨ ਦਾ ਉੱਤਰ ਦੇ ਰਹੇ ਆ, ਸੁਨ ਸੰਬੰਧੰਤਰ ਵਾਸ ਲਿਆ। ਉਦੋਂ ਮਾਲਿਕ ਅਫੁਰ ਪਰਮਾਤਮਾ ਨਿਰੰਤਰ ਇੱਕ ਰਸ, ਸਾਰੀ ਇਹ ਆਪਦੀ ਦੇਹ ਦੇ, ਉਹਦੀ ਦੇਹੀ ਆ ਨਾ ਸਾਰੀ, ਤੇ ਉਹ ਟਿਕਿਆ ਬਿਠਾ ਸੀ। ਅੱਗੇ ਪ੍ਰਸ਼ਨ ਸੀ ਕਿ ਗਿਆਨ ਦੀ ਪੂੰਜੀ ਕਿਹੜੀ ਆ? ਮਹਾਰਾਜ ਜੀ ਕਹਿੰਦੇ ਅਕਲ ਪਤ ਮੁੰਦਰਾ, ਗੁਰ ਗਿਆਨ ਵਿਚਾਰੀ ਅਲੇ। ਗਿਆਨ ਦੀ ਅੱਛੀ ਮੁੰਦਰਾ, ਅੱਛੀ ਪੂੰਜੀ ਉਹ ਆ ਜਿਹੜੇ ਗਿਆਨ ਦੇ ਦੁਆਰਾ ਆਪਣੇ ਆਪ ਦੀ, ਆਪਣੇ ਮਾਲਿਕ ਦੀ, ਆਪਣੇ ਮੂਲ ਦੀ ਵਿਚਾਰ ਕੀਤੀ ਜਾਵੇ। ਜਾਂ ਗਿਆਨ ਉਹ ਚੰਗਾ ਹੈ ਜਿਹੜਾ ਪਰਉਪਕਾਰ ਵਾਸਤੇ ਵਰਤਿਆ ਜਾਵੇ। ਵਿਦਿਆ ਵਿਚਾਰੀ ਤਾਂ ਪਰ ਉਪਕਾਰੀ। ਜਿਹੜੇ ਗਿਆਨ ਨੂੰ ਲੈ ਕੇ
ਵਿਸ਼ਵ ਦੇ ਅੰਦਰ ਲੜਾਈਆਂ ਝਗੜੇ ਖੜੇ ਕੀਤੇ ਜਾਣ, ਜਿਵੇਂ ਅੱਜ ਵਿਗਿਆਨ ਨੇ ਜਿੱਥੇ ਬਹੁਤ ਸਾਰੇ ਸਾਨੂੰ ਸੁੱਖ ਦਿੱਤੇ ਆ, ਉੱਥੇ ਬਹੁਤ ਸਾਰੇ ਦੁੱਖ ਵੀ ਖੜੇ ਕੀਤੇ ਹੋਏ ਆ ਨਾਲ। ਚਾਕੂ ਤੋਂ ਲੈ ਕੇ ਐਟਮ ਵਰਗੀਆਂ ਸ਼ਕਤੀਆਂ ਤਿਆਰ ਕਰ ਦਿੱਤੀਆਂ ਗਈਆਂ ਇੱਕ ਦੂਸਰੇ ਨੂੰ ਖਤਮ ਕਰਨ ਵਾਸਤੇ। ਕੱਲ ਨੂੰ ਕੋਈ ਥੋੜੀ ਜਿਹੀ ਗਲਤੀ ਕਰ ਦੇਵੇ, ਇੱਕ ਵਾਰ ਐਟਮ ਸ਼ਕਤੀ ਦਾ ਇਸਤੇਮਾਲ ਹੋ ਗਿਆ ਤਾਂ ਇਹ ਸੰਸਾਰ ਦੇ ਅੰਦਰ ਬਹੁਤ ਮਾੜੀ ਹਾਲਤ ਹੋ ਜੂਗੀ। ਇਸ ਕਰਕੇ ਜਿਹੜਾ ਵਿਗਿਆਨ ਦਾ ਪੱਖ ਆ, ਜਿੱਥੇ ਸੁੱਖ ਸਾਨੂੰ ਦਿੱਤਾ ਜਾ ਰਿਹਾ, ਨਾਲ ਦੀ ਨਾਲ ਦੁੱਖ ਵੀ ਬਹੁਤ ਵੱਡੇ ਖੜੇ ਕਰ ਦਿੱਤੇ ਗਏ। ਦੂਸਰੇ ਪਾਸੇ ਸਤਿਗੁਰੂ ਪਾਤਸ਼ਾਹ ਦਾ ਗਿਆਨ, ਬ੍ਰਹਮ ਦਾ ਜਿਹੜਾ ਗਿਆਨ, ਸੱਚ ਦਾ ਗਿਆਨ, ਇਹ ਸਾਨੂੰ ਇਹ ਸਮਝਾਉਂਦਾ ਕਿ ਅੱਬਲ ਅੱਲਹ ਨੂਰ ਅਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਇਹ ਸਾਡੇ ਮਨਾਂ ਦੇ ਅੰਦਰ ਪਿਆਰ ਪੈਦਾ ਕਰਦਾ, ਤੇ ਜਿਹੜਾ ਆ ਦੂਸਰਾ ਗਿਆਨ ਇਹ ਨਫ਼ਰਤ ਪੈਦਾ ਕਰਦਾ। ਕਿਉਂਕਿ ਜਿਉਂ ਜਿਉਂ ਅੱਜ ਆਪਾਂ ਵੇਖਦੇ ਹਾਂ ਸੰਸਾਰ 'ਚ ਸਾਧਨ ਵੱਧ ਰਹੇ ਆ, ਸਾਨੂੰ ਇੱਕ ਦੂਸਰੇ ਤੱਕ ਕੋਈ ਲੋੜ ਘਟ ਰਹੀ ਆ, ਤਿਉਂ ਤਿਉਂ ਸਾਡਾ ਪਿਆਰ ਵੀ ਘਟਦਾ ਜਾ ਰਿਹਾ। ਪਹਿਲਾਂ ਆਪਣੇ ਸਾਂਝੇ ਖੂਹ ਹੁੰਦੇ ਤੇ ਇਕੱਠਿਆਂ ਨੇ ਕੰਮਕਾਰ ਕਰ ਲੈਣੇ, ਕਿਸੇ ਕੋਲੇ ਇੱਕ ਬਲਦ ਹੁੰਦਾ ਦੂਸਰੇ ਦਾ ਮੰਗ ਲੈਣਾ, ਇੱਕ ਦੂਸਰੇ ਤੱਕ ਲੋੜ ਬਣੀ ਸੀ ਤੇ ਪਿਆਰ ਵੀ ਬਣਿਆ ਸੀ। ਹੁਣ ਜਿਉਂ ਜਿਉਂ ਸਾਧਨਾਂ ਦੀ ਬਹੁਤ ਜ਼ਿਆਦਾ बढ़त ਹੁੰਦੀ ਜਾ ਰਹੀ ਹੈ, ਅਸੀਂ ਆਪਣੇ ਆਪ ਤੇ ਨਿਰਭਰ ਹੋ ਗਏ ਤੇ ਸਾਡਾ ਸੰਸਾਰ ਦੇ ਅੰਦਰ ਪਿਆਰ ਵੀ ਘਟਦਾ ਜਾ ਰਿਹਾ ਹੈ। ਪਾਤਸ਼ਾਹ ਸਮਝਾ ਰਹੇ ਨੇ, ਅਕਲ ਪਤ ਮੁਦਰਾ ਗੁਰ ਗਿਆਨ ਵਿਚਾਰੀਏ ਲੈ। ਅਕਲ ਦੀ ਮੁੰਦਰਾ, ਅਕਲ ਦੀ ਪੂੰਜੀ ਉਹ ਹੈ ਗੁਰੂ ਦੇ ਗਿਆਨ ਦੁਆਰਾ ਆਪਣੇ ਆਪ ਦੀ ਤੇ ਆਪਣੇ ਮੂਲ ਦੀ ਪਛਾਣ ਕਰਕੇ ਆਪਣੇ ਜੀਵਨ ਦੀ ਬਾਜੀ ਜਿੱਤਣਾ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣੋ। ਅਗਲਾ ਪ੍ਰਸ਼ਨ, ਆਪਣਾ ਮੂਲ ਪਛਾਣ। ਅਗਲਾ ਉਹਨਾਂ ਦਾ ਪ੍ਰਸ਼ਨ ਸੀ ਕਿ ਸਾਰੇ ਸਰੀਰਾਂ ਦੇ ਅੰਦਰ ਕਿਹਦਾ ਵਾਸਾ ਹੋ ਰਿਹਾ। ਤਾਂ ਪਾਤਸ਼ਾਹ ਗੁਰੂ ਨਾਨਕ ਸਾਹਿਬ ਮਹਾਰਾਜ ਸਮਝਾ ਰਹੇ ਆ, ਘਟ ਘਟ ਸਾਚਾ ਸਰਬ ਜੀਆਂ। ਹਰੇਕ ਸਰੀਰ ਦੇ ਅੰਦਰ ਉਹ ਪਰਿਪੂਰਨ ਪਰਮਾਤਮਾ ਦਾ ਵਾਸਾ ਹੈ। ਘਟ ਘਟ ਮੈਂ ਹਰਜੂ ਵਸੈ, ਸੰਤਨ ਕਹਿਓ ਪੁਕਾਰ। ਹਰੇਕ ਸਰੀਰ ਦੇ ਅੰਦਰ ਉਸ ਪ੍ਰਭੂ ਪਰਮਾਤਮਾ ਵਸ ਰਿਹਾ, ਉਹਦਾ ਵਾਸਾ ਹੈ। ਅਗਲੇ ਪ੍ਰਸ਼ਨ ਦਾ ਹੁਣ ਜਵਾਬ ਦੇ ਰਹੇ ਆ ਕਿ ਉਸ ਮਾਲਿਕ ਦੀ ਪ੍ਰਾਪਤੀ, ਉਹਨਾਂ ਦਾ ਪ੍ਰਸ਼ਨ ਸੀ, ਕਿਵੇਂ ਹੋ ਸਕਦੀ ਹੈ। ਉਹਦੇ ਅੰਦਰ ਜੀਵ ਕਿਵੇਂ ਅਭੇਦ ਹੋ ਸਕਦਾ। ਮਹਾਰਾਜ ਸਮਝਾ ਰਹੇ ਹਨ, ਗੁਰ ਬਚਨੀ ਅਵਗਤ ਸਮਾਈਐ। ਗੁਰੂ ਦੇ ਬਚਨਾਂ ਦੁਆਰਾ, ਗੁਰੂ ਦੇ ਗਿਆਨ ਦੁਆਰਾ ਪਾਤਸ਼ਾਹ ਕਹਿੰਦੇ ਉਸ ਮਾਲਿਕ ਦੇ ਅੰਦਰ ਇਹ ਜੀਵ ਗੁਰੂ ਦਾ ਹੀ ਬਾਣੀ ਦਾ ਗਿਆਨ ਲੈ ਕੇ ਉਸ ਮਾਲਿਕ ਦੇ ਅੰਦਰ ਅਭੇਦ ਹੋ ਸਕਦਾ, ਆਪਣੇ ਗਿਆਨ ਦੁਆਰਾ ਨਹੀਂ। ਕਿਉਂਕਿ ਆਪਣੇ ਗਿਆਨ ਦੁਆਰਾ ਤਾਂ ਸਾਨੂੰ ਆਪਦੇ ਆਪ ਦੀ ਸੋਝੀ ਵੀ ਨਹੀਂ ਆਉਂਦੀ। ਇਸੇ ਕਰਕੇ ਮਹਾਰਾਜ ਸਮਝਾ ਰਹੇ ਆ, ਜੇ ਸੋ ਚੰਦਾ ਉਗਵੈ ਸੂਰਜ ਚੜੇ ਹਜ਼ਾਰ, ਇੱਥੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਅੱਗੇ ਫਿਰ ਪਾਤਸ਼ਾਹ ਨੂੰ ਪ੍ਰਸ਼ਨ ਸੀ ਕਿ ਸਾਡਾ ਜਿਹੜਾ ਸਹਿਜ ਆ, ਜਿਹੜਾ ਸੰਤੋਖ ਆ, ਉਹ ਮਨ ਉਸ ਆਸਣ ਦੇ ਉੱਪਰ ਕਿਵੇਂ ਬਿਰਾਜਮਾਨ ਹੋਵੇ। ਜਿਹੜੀ ਸਾਰਿਆਂ ਨੂੰ ਮੁਸ਼ਕਿਲ ਦੀ ਗੱਲ ਆ, ਅਸੀਂ ਟਿਕਾਓ 'ਚ ਰਹਿਣਾ, ਅਸੀਂ ਸ਼ਾਂਤ ਰਹਿਣਾ, ਅਸੀਂ ਸੰਤੋਖ 'ਚ ਰਹਿਣਾ, ਸਾਡੀ ਭੁੱਖ ਮਿਟੇ। ਕਿਉਂਕਿ ਜਿੰਨਾ ਚਿਰ ਸੰਤੋਖ ਨਹੀਂ ਹੈ, ਬਿਨਾਂ ਸੰਤੋਖ ਨਹੀਂ ਕੋ ਰਾਜੈ। ਜਿੰਨੇ ਮਰਜ਼ੀ ਆ ਦੁਨੀਆ ਦੇ ਸੁੱਖ ਸਹੂਲਤਾਂ ਹੋਣ, ਪਦਾਰਥ ਹੋਣ, ਪਰ ਜਿਹੜੇ ਇਨਸਾਨ ਦੇ ਕੋਲੇ ਸੰਤੋਖ ਨਹੀਂ ਹੈ, ਉਹਦਾ ਮਨ ਨਹੀਂ ਕਿਤੇ ਰੱਜਦਾ। ਭੁੱਖਿਆ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆ ਭਾਰ। ਪਾਤਸ਼ਾਹ ਨੂੰ ਪ੍ਰਸ਼ਨ ਸੀ ਕਿ ਸੱਚੇ ਪਾਤਸ਼ਾਹ ਸਮਝਾਓ
ਕਿਵੇਂ ਇਹ ਸਾਡਾ ਮਨ ਸਹਿਜ ਸੰਤੋਖ ਦੇ ਆਸਣ ਤੇ ਟਿਕਾਣਾ ਕਰੇ। ਮਹਾਰਾਜ ਸਮਝਾ ਰਹੇ ਆ, ਤਤ ਨਿਰੰਜਨ ਸਹਿਜ ਲਹੈ। ਤਤ ਕਹਿੰਦੇ ਆ ਕਿਸੇ ਚੀਜ਼ ਦਾ ਨਿਚੋੜ। ਤਾਂ ਕਿਤਾਬਾਂ 'ਚ ਆਪਾਂ ਦੇਖਿਆ ਹੁੰਦਾ ਨਾ, ਪਹਿਲਾਂ ਲਿਖਿਆ ਹੁੰਦਾ ਤਤ ਕਰਾ, ਨਿਚੋੜ ਕੱਢ ਕੇ ਕਿ ਇੰਨੇ ਪੰਨੇ ਤੇ ਆਹ ਪ੍ਰਸ਼ਨ, ਇੰਨੇ ਪੰਨੇ ਤੇ ਆਹ ਪਾਠ, ਤਤ ਕੱਢਣਾ। ਇਸੇ ਤਰ੍ਹਾਂ ਮਹਾਰਾਜ ਸਮਝਾ ਰਹੇ ਆ, ਕਹਿੰਦੇ ਤਤ ਨਿਰੰਜਨ ਸਹਿਜ ਲਹੈ। ਆ ਸਾਡੇ ਜਿਹੜਾ ਤੱਤ ਆ, ਸਾਡਾ ਸਾਰਿਆਂ ਦਾ ਮੂਲ ਤੱਤ ਆ, ਮੂਲ ਜਿੱਥੋਂ ਅਸੀਂ ਪੈਦਾ ਹੋਏ ਆ, ਜਿਹਨੂੰ ਹਰ ਤੱਤ ਕਹਿਤਾ, ਉਹ ਹੈ ਸਾਡਾ ਨਿਰੰਜਨ, ਮਾਇਆ ਮਲ ਤੋਂ ਰਹਿਤ ਪ੍ਰਮਾਤਮਾ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ। ਤਤ ਨਿਰੰਜਨ ਸਹਿਜ ਲਹੈ। ਜਿਨ੍ਹਾਂ ਨੇ ਪਾਤਸ਼ਾਹ ਕਹਿੰਦੇ ਹਰ ਤੱਤ ਦੇ ਨਾਲ, ਆਪਣੇ ਮੂਲ ਤੱਤ ਦੇ ਨਾਲ, ਮਾਇਆ ਮਲ ਤੋਂ ਰਹਿਤ ਜੋ ਪ੍ਰਮਾਤਮਾ ਨਿਰੰਜਨ ਹੈ, ਉਸ ਤੱਤ ਦੇ ਨਾਲ ਆਪਣੀ ਸੁਰਤੀ ਨੂੰ, ਆਪਣੀ ਬਿਰਤੀ ਨੂੰ ਜੋੜਨਾ ਸਿੱਖ ਲਿਆ ਤੇ ਆਪਦੇ ਆਪ ਦੀ ਪਛਾਣ ਕਰ ਲਈ, ਉਹ ਸਹਿਜ ਸੰਤੋਖ ਦੇ ਅੰਦਰ ਰਹਿਣਾ ਸਿੱਖ ਲੈਂਦੇ ਆ। ਇਹੀ ਕਾਰਨ ਇੱਕ ਸੰਸਾਰ 'ਚ ਬਹੁਤ ਅਮੀਰ ਤੋਂ ਅਮੀਰ ਲੋਕ ਨੇ, ਉਹਨਾਂ ਕੋਲੇ ਪ੍ਰਮਾਤਮਾ ਦੀ ਬੰਦਗੀ ਨਹੀਂ, ਸੇਵਾ ਨਹੀਂ, ਸਿਮਰਨ ਨਹੀਂ। ਉਹ ਹਰ ਸਮੇਂ ਕਲਪਨਾ ਦੇ ਅੰਦਰ ਆਪਣਾ ਜੀਵਨ ਬਤੀਤ ਕਰ ਰਹੇ ਆ। ਇੱਕ ਪਾਸੇ ਉਹ ਲੋਕ ਨੇ ਜਿਨ੍ਹਾਂ ਕੋਲੇ ਰਹਿਣ ਵਾਸਤੇ ਅੱਛੇ ਮਕਾਨ ਨਹੀਂ, ਕੁੱਲੀਆਂ ਨੇ, ਸੌਣ ਵਾਸਤੇ ਕੋਈ ਬਹੁਤੇ ਪਲੰਘ ਨਹੀਂ ਹੈ, ਧਰਤੀ ਦੇ ਉੱਪਰ ਆਸਣ ਹੈ, ਪਰ ਉਹ ਟਿਕਾਊ 'ਚ ਨੇ, ਕਿਉਂਕਿ ਉਹਨਾਂ ਨੇ ਉਸ ਧਨ ਦੀ ਪ੍ਰਾਪਤੀ ਕੀਤੀ ਹੋਈ ਆ, ਤਤ ਨਿਰੰਜਨ ਦੀ ਪ੍ਰਾਪਤੀ ਕੀਤੀ ਹੋਈ ਆ, ਜਿਹਦਾ ਕਰਕੇ ਉਹ ਭੁੱਖੇ ਵੀ, ਕੁੱਲੀਆਂ 'ਚ ਵੀ, ਭੁੰਜੇ ਪੈ ਕੇ ਵੀ, ਰੁੱਖੀ ਰੋਟੀ ਖਾ ਕੇ ਵੀ ਆਨੰਦ ਦੀ ਅਵਸਥਾ 'ਚ ਰਹਿ ਰਹੇ ਆ। ਰੁੱਖੋ ਭੋਜਨ ਭੋਮ ਸੈਨ ਸਖੀ ਪ੍ਰੈ ਸੰਗ ਸੂਖ ਬਿਹਾਵੈ। ਉਹ ਸਖੀਆਂ ਸਹੇਲੀਆਂ ਪਤੀ ਪ੍ਰਮਾਤਮਾ ਤਤ ਨਿਰੰਜਨ ਦੀ ਭਗਤੀ ਕਰਕੇ, ਬੰਦਗੀ ਕਰਕੇ, ਉਹਦੀ ਸੇਵਾ ਸਿਮਰਨ ਕਰਕੇ ਆਨੰਦ ਅਵਸਥਾ 'ਚ ਰਹਿ ਰਹੀਆਂ। ਭੋਜਨ ਵੀ ਰੁੱਖਾ, ਸੌਂਦੇ ਵੀ ਭੂਮੀ ਤੇ ਆ। ਰੁੱਖੋ ਭੋਜਨ ਭੋਮ ਸੈਨ ਸਖੀ ਪ੍ਰੈ ਸੰਗ ਸੂਖ ਬਿਹਾਵੈ। ਤੇ ਇੱਕ ਪਾਸੇ ਐਸੇ ਵੀ ਲੋਕ ਨੇ ਜਿਨ੍ਹਾਂ ਕੋਲੇ ਲੱਖਾਂ ਲੱਖਾਂ ਰੁਪਈਆਂ ਦੇ ਬੈੱਡ ਹੋਣਗੇ, ਪਤਾ ਨਹੀਂ ਆ ਗੱਦੇ ਵਗੈਰਾ ਕਿੰਨੇ ਮਹਿੰਗੇ ਹੋਣਗੇ, ਕਾਰਾਂ ਕੋਠੀਆਂ ਬੰਗਲੇ ਕਿੰਨੇ ਮਹਿੰਗੇ ਹੋਣਗੇ, ਪਰ ਉਹਨਾਂ ਨੂੰ ਚੈਨ ਦੀ ਨੀਂਦ ਨਹੀਂ ਆ ਰਹੀ। ਕਿਉਂ? ਉਹ ਧਨ ਨਹੀਂ ਹੈ ਕੋਲੇ ਜਿਹਦੇ ਸਾਨੂੰ ਸਹਿਜ ਦੇਣਾ। ਉਹ ਭੁੱਖ ਉਹਨਾਂ ਦੀ ਨਹੀਂ ਮਿਟ ਰਹੀ। ਪਾਤਸ਼ਾਹ ਨੇ ਬਾਣੀ ਸਮਝਾਇਆ ਨਾ, ਕਹਿੰਦੇ ਤ੍ਰਿਸ਼ਨਾ ਬਿਰਲੇ ਹੀ ਕੀ ਬੁੱਝੀ ਹੈ, ਕੋਟ ਜੋਰੇ ਲਾਖ ਕਰੋੜੈ, ਮਨ ਨਾ ਹੋਰੈ, ਪਰੇ ਪਰੇ ਹੀ ਕੋ ਲੁੱਝੀ ਹੈ। ਅੱਜ ਆ ਸੰਸਾਰ 'ਚ ਆਪਾਂ ਵੇਖ ਰਹੇ ਹਾਂ, ਇਹਨਾਂ ਗੱਲਾਂ ਤੋਂ ਦੂਰ ਹੋਣ ਕਰਕੇ ਲੋਕ ਇੰਨੀ ਭੁੱਖ ਵਧੀ ਪਈ ਆ, ਉਹਨਾਂ ਨੂੰ ਕਿਸੇ ਪਦਾਰਥਾਂ ਨਾਲ, ਦੁਨੀਆ ਦੇ ਪੈਸੇ ਦੇ ਨਾਲ ਸਬਰ ਸੰਤੋਖ ਹੀ ਨਹੀਂ ਹੈ। ਤੇ ਇਸ ਕਰਕੇ ਪਾਤਸ਼ਾਹ ਸਮਝਾ ਰਹੇ ਆ, ਕਹਿੰਦੇ ਤਤ ਨਿਰੰਜਨ ਸਹਿਜ ਲਹੈ। ਜੋ ਤੁਹਾਡਾ ਹਰ ਤੱਤ ਹੈ, ਮੂਲ ਤੱਤ ਹੈ, ਪਰਮਾਤਮਾ ਹੈ, ਮਾਇਆ ਮਲ ਤੋਂ ਜੋ ਰਹਿਤ ਹੈ, ਜਿੰਨਾ ਚਿਰ ਉਹਦਾ ਤੁਸੀਂ ਆਸਰਾ ਨਹੀਂ ਦਿੰਦੇ, ਤੁਹਾਡਾ ਮਨ ਨੂੰ ਸਹਿਜ ਤੇ ਸੰਤੋਖ ਦੀ ਪ੍ਰਾਪਤੀ ਨਹੀਂ ਹੋਵੇਗੀ। ਸੱਤਵੇਂ ਪ੍ਰਸ਼ਨ ਦਾ ਹੁਣ ਸਮਝਾ ਰਹੇ ਆ। ਉਹਨਾਂ ਨੇ ਪੁੱਛਿਆ ਸੀ ਕਿ ਕਿਵੇਂ ਐਸੇ ਪਰਮਾਤਮਾ ਦੀ ਪ੍ਰਾਪਤੀ ਹੋ ਸਕਦੀ ਆ, ਜੀਵ ਉਹਦੀ ਕਿਰਪਾ ਦਾ ਪਾਤਰ ਬਣ ਸਕਦਾ। ਮਹਾਰਾਜ ਕਹਿੰਦੇ ਨਾਨਕ ਦੂਜੀ ਕਾਰ ਨਾ ਕਰਨੀ। ਕਹਿੰਦੇ ਕੋਈ ਇਹੋ ਜਿਹਾ ਕਰਮ ਨਾ ਕਰ ਲਿਓ ਜਿਹਦਾ ਕਰਕੇ ਤੁਹਾਨੂੰ ਪਛਤਾਉਣਾ ਪਵੇ ਤੇ ਤੁਹਾਡੇ ਮਾਲਿਕ ਤੋਂ ਜਿਹੜੀ ਪਹਿਲਾਂ ਹੀ ਦੂਰੀ ਆ ਉਹ ਹੋਰ ਦੂਰੀ ਵੱਜੇ। ਕਿਉਂਕਿ ਆਪਾਂ ਸ਼ਲੋਕ ਤਾਂ ਸਾਰੇ ਜਾਣਦੇ ਹੀ ਨਾ, ਚੰਗਿਆਈਆਂ ਬੁਰਿਆਈਆਂ ਬਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਕਿ ਸਾਡੇ ਕਰਮ ਦੀ ਖੇਲ ਆ,
ਅੱਛੇ ਕਰਮ ਕਰਦੇ ਹਾਂ ਤਾਂ ਅਸੀਂ ਪਰਮਾਤਮਾ ਦੇ ਨੇੜੇ ਹੋ ਜਾਵਾਂਗੇ। ਜੇ ਸਾਡੇ ਬੁਰੇ ਕਰਮ ਨੇ, ਮਨਮੁਖਾਂ ਵਾਲਾ ਸਾਡਾ ਜੀਵਨ ਹੈ, ਤਾਂ ਅਸੀਂ ਪਰਮਾਤਮਾ ਤੋਂ ਦੂਰ ਚੱਲ ਜਾਵਾਂਗੇ। ਜਿਉਂ-ਜਿਉਂ ਦੂਰ ਜਾਈ ਜਾਵਾਂਗੇ, ਸਾਡੇ ਜੀਵਨ ਦੇ ਅੰਦਰ ਦੁੱਖਾਂ ਦੀ ਬਹੁਤਾਤ ਵੱਧਦੀ ਜਾਊਗੀ। ਜਿਉਂ-ਜਿਉਂ ਅਸੀਂ ਪ੍ਰਭੂ ਦੀ ਸ਼ਰਨ 'ਚ ਆਉਂਦੇ ਜਾਵਾਂਗੇ, ਸਾਡੇ ਕੋਲੇ ਸੁੱਖਾਂ ਦੇ ਅੰਦਰ ਵਾਧਾ ਹੁੰਦਾ ਜਾਵੇਗਾ। ਇੱਕ ਦਿਨ ਜਿਉਂ-ਜਿਉਂ ਸਾਡੀ ਨੇੜਤਾ ਬਣ ਜੇਗੀ, ਸਾਡਾ ਉਸ ਸੁੱਖਾਂ ਦੇ ਦਾਤੇ ਦੇ ਨਾਲ ਮਿਲਾਪ ਵੀ ਹੋ ਜਾਊਗਾ। ਇਸ ਕਰਕੇ ਪਾਤਸ਼ਾਹ ਸਮਝਾ ਰਹੇ ਆ, ਨਾਨਕ ਦੂਜੀ ਕਾਰ ਨਾ ਕਰਨੀ, ਗੁਰੂ ਮਤ ਤੋਂ ਬਗੈਰ ਕੋਈ ਐਸਾ ਕਰਮ ਨਾ ਕਰ ਲਿਓ ਜਿਹੜਾ ਤੁਹਾਡੇ ਲਈ ਪਾਪ ਕਰਮ ਗਿਣਿਆ ਜਾਵੇ। ਪਾਪੀ ਪੁੰਨੀ ਆਖਣ ਨਾਹੇ, ਕਰ ਕਰ ਕਰਨਾ ਲਿਖ ਲੈ ਜਾਹੋ। ਪਾਤਸ਼ਾਹ ਕਹਿੰਦੇ ਇਕੱਲੀਆਂ ਕਹਿਣ ਦੀਆਂ ਗੱਲਾਂ ਹੀ ਨਹੀਂ ਹੈ, ਜਿਹੋ ਜਿਹਾ ਕੋਈ ਕਰਦਾ ਉਹੋ ਜਿਹਾ ਲਿਖ ਕੇ ਲੈ ਜਾਂਦਾ। ਤਾਂ ਪਾਤਸ਼ਾਹ ਕਹਿੰਦੇ ਗੁਰੂ ਦੀ ਮੱਤ 'ਚ ਰਹਿ ਕੇ ਆਪਣੇ ਜੀਵਨ ਦਾ ਸਫ਼ਰ ਕਰੋ, ਗੁਰੂ ਤੋਂ ਬਗੈਰ ਕੋਈ ਹੋਰ ਕਾਰ ਨਾ ਕਰੋ। ਇਸੇ ਕਰਕੇ ਸਾਨੂੰ ਮਹਾਰਾਜ ਦਾ ਹੁਕਮ ਕਿ ਨਿਤਨੇਮ ਗੁਰਬਾਣੀ ਦਾ ਪਾਠ ਕਰਨਾ ਚੇਤੇ ਆਉਂਦਾ ਰਹੇ ਸਾਨੂੰ, ਕਿ ਅਸੀਂ ਟੇਢੇ ਤਾਂ ਨਹੀਂ ਚੱਲ ਰਹੇ ਗੁਰੂ ਦੀ ਮੱਤ ਤੋਂ। ਕਿਉਂਕਿ ਸਮਝਾਇਆ ਜਾਂਦਾ ਰੋਜ਼, ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋ, ਤਾਈਐ ਸਤਿਗੁਰ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ। ਨਾਲੇ ਮਹਾਰਾਜ ਕਹਿੰਦੇ ਦੂਜੀ ਕਾਰ ਨਹੀਂ ਤੁਸੀਂ ਕਰਨੀ, ਜੋ ਗੁਰ ਕਹੈ ਸੋਈ ਭਲ ਮੰਨੋ। ਤੇ ਅਖੀਰਲੇ ਪ੍ਰਸ਼ਨ ਦਾ ਫਿਰ ਜਵਾਬ ਦੇ ਰਹੇ ਆ, ਸੇਵੈ ਸਿੱਖ ਸੋ ਖੋਜ ਲਹੈ। ਪਾਤਸ਼ਾਹ ਕਹਿੰਦੇ ਫਿਰ ਜਿਹੜਾ ਸਿੱਖ ਉਸ ਪਰਮਾਤਮਾ ਦੀ ਸੇਵਾ ਕਰਦਾ, ਸਿਮਰਨ ਕਰਦਾ, ਸਖਿਆਰਥੀ ਹੋ ਜਾਂਦਾ, ਉਹ ਆਪਣੇ ਜੀਵਨ ਦਾ ਜਿਹੜਾ ਅਸਲੀ ਰਸਤਾ ਹੈ ਤੇ ਉਹਨੂੰ ਲੱਭ ਕੇ ਉਸ ਮਾਲਿਕ ਦੇ ਨਾਲ ਅਭੇਦ ਹੋ ਜਾਂਦਾ। ਹੁਕਮ ਬਸਮਾਦ ਹੁਕਮ ਪਛਾਣੇ, ਜੀ ਜੁਗਤ ਸਭ ਸੱਚ ਜਾਣੈ ਸੋਈ। ਉਸ ਅਚਰਜ ਪਰਮਾਤਮਾ ਦੇ ਹੁਕਮ 'ਚ ਰਹਿਣਾ, ਉਹਦੇ ਹੁਕਮ ਦੀ ਪਛਾਣ ਕਰਨੀ, ਜੀ ਜੁਗਤ ਸੱਚ ਜਾਣੈ ਸੋਈ। ਇਹ ਜੀਵ ਦੀ ਸੱਚੀ ਜੁਗਤੀ ਆ। ਜੀਵਨ ਦੇ ਜਿਉਣ ਦੀ ਜੁਗਤ ਕਿਹਨੂੰ ਕਹਿੰਦੇ ਆ? ਇਹ ਗੁਰੂ ਨਾਨਕ ਸਾਹਿਬ ਮਹਾਰਾਜ ਨੇ 8 ਪ੍ਰਸ਼ਨਾਂ ਦੇ ਉਹਨਾਂ ਦੇ ਜਵਾਬ ਇੱਥੋਂ ਤੱਕ ਦੇਤੇ। ਜਿਹੜੇ ਦੂਸਰੇ ਸਿੱਧਾਂ ਨੇ ਪ੍ਰਸ਼ਨ ਕੀਤੇ ਸੀ, ਉਹ ਪਿਛਲੀ ਪੌੜੀ ਦੇ ਅੰਦਰ, ਇਹਨਾਂ ਦੀ ਆਪਾਂ ਕੱਲ ਨੂੰ ਵਿਚਾਰ ਕਰ ਲਾਂਗੇ। ਆਓ ਫਿਰ ਹੁਣ ਬਾਕੀ ਦਾ ਸਮਾਂ ਆਪਾਂ ਵੀ ਖੋਜੀ ਬਣ ਕੇ ਸੇਵੈ ਸਿੱਖ ਸੋ ਖੋਜ ਲਹੈ। ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਪਰਮਾਤਮਾ ਦੇ ਸਿਮਰਨ ਦੇ ਨਾਲ ਸੁਤੇ ਸਿੱਧੀ ਸਾਨੂੰ ਇਹ ਰਸਤੇ ਦਾ ਸੋਝੀ ਆ ਜਾਣੀ ਹੈ। ਹਾਂਜੀ, ਕਰੋ ਜੀ ਸ਼ੁਰੂ। ਵਾਹਿਗੁਰੂ ਵਾਹਿਗੁਰੂ